ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਕਰਕੇ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਬਾਰੇ ਖਬਰਾਂ ਅਸੀਂ ਤੁਹਾਨੂੰ ਵੀ ਦੱਸਦੇ ਆ ਰਹੇ ਹਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਤੇ ਟੀਵੀ ਦੇ ਉੱਤੇ ਤੁਸੀਂ ਹੋਰ ਚੈਨਲਾਂ ਦੇ ਉੱਤੇ ਵੀ ਖਬਰਾਂ ਦੇਖੀਆਂ ਹੋਣਗੀਆਂ ਤੇ ਇਸੇ ਨੂੰ ਲੈ ਕੇ ਅੱਜ ਤੁਹਾਡੇ ਲਈ ਅਸੀਂ ਜਾਣਕਾਰੀ ਸਾਹਮਣੇ ਲੈ ਕੇ ਆਏ ਹਾਂ ਕਿ ਜਿਵੇਂ ਅਸੀਂ ਇਸ ਸਮੇਂ ਜ਼ਿਲ੍ਹਾ ਬੈਂਕ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਜੋ ਹੜ੍ਹ ਦੇ ਕਰਕੇ ਇਹ ਖੇਤਰ ਵੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਦੇ ਅੰਦਰ ਤਾਂ ਨਹੀਂ ਪਰ ਬਾਹਰਲੇ ਖੇਤਰਾਂ ਦੇ ਵਿੱਚ ਹੜ੍ਹ ਦੇ ਕਰਕੇ ਕਾਫੀ ਜ਼ਿਆਦਾ ਅਸਰ ਪਿਆ ਕਿ ਕਈ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ। ਇਸ ਦੇ ਨਾਲ ਹੀ ਹਾਈਵੇ 1 ਬੰਦ ਹੋਣ ਦੇ ਕਰਕੇ ਕੰਮਾਂ ਕਾਰਾਂ ਤੇ ਜਾਣ ਦੇ ਲਈ ਵੀ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ। ਸਿਰਫ ਇਹੀ ਨਹੀਂ ਸਗੋਂ ਜਿਸ ਦਿਨ ਸੜਕ ਬੰਦ ਹੋਈ ਉਸ ਦਿਨ ਖਾਸ ਤੌਰ ਤੇ ਉੱਤੇ ਜ਼ਿਲ੍ਹਾ ਬੈਂਕ ਦੇ ਵਿੱਚ ਗਰੋਸਰੀਜ਼ ਵੀ ਮੁੱਕ ਗਈਆਂ ਸੀ, ਜਿਸ ਦੇ ਬਾਰੇ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਸੀ। ਗਰੋਸਰੀ ਸਟੋਰਸ ਦੇ ਉੱਤੇ ਸ਼ੈਲਫਸ ਪੂਰੀ ਤਰ੍ਹਾਂ ਖਾਲੀ ਹੋ ਗਈਆਂ ਸਨ। ਲੋਕਾਂ ਦੇ ਵੱਲੋਂ ਇੱਕਦਮ ਸਮਾਨ ਵਾਧੂ ਲੈ ਕੇ ਸਟਾਕ ਕਰ ਲਿਆ ਗਿਆ ਤੇ ਇਸੇ ਨੂੰ ਲੈ ਕੇ ਅੱਜ ਅਸੀਂ ਇੱਕ ਪੰਜਾਬੀ ਸਟੋਰ ਦੇ ਉੱਤੇ ਪਹੁੰਚੇ ਹਾਂ, ਜਿੱਥੇ ਜਾਣਦੇ ਹਾਂ ਕਿ ਸਪਲਾਈ ਚੇਨ ਤਾਂ ਹਜੇ ਵੀ ਪ੍ਰਭਾਵਿਤ ਹੈ ਤਾਂ ਕਿਸ ਤਰ੍ਹਾਂ ਇਸ ਸਮੇਂ ਜੋ ਸਮਾਨ ਹੈ ਖਾਣ ਪੀਣ ਦਾ ਸਮਾਨ ਪਹੁੰਚ ਰਿਹਾ ਹੈ ਤੇ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤੇ ਗਰੋਸਰੀ ਨੂੰ ਲੈ ਕੇ ਕਿਵੇਂ ਦੀਆਂ ਦਿੱਕਤਾਂ ਆ ਰਹੀਆਂ ਨੇ ਕਿ ਉਹ ਸਮਾਨ ਇਕੱਠਾ ਕਰਦੇ ਨੇ ਤੇ ਸਟੋਰ ਦੇ ਉੱਤੇ ਲੈ ਕੇ ਆਉਂਦੇ ਨੇ ਤੇ ਇੱਥੇ ਤੋਂ ਲੋਕ ਅੱਗੇ ਖਰੀਦ ਕੇ ਲੈ ਕੇ ਜਾਂਦੇ ਨੇ। ਕਿਉਂਕਿ ਜਿਹੜੇ ਇਸ ਸਮੇਂ ਰਾਹ ਖੁੱਲਾ ਵੀ ਹੈ, ਜਿਵੇਂ ਹਾਈਵੇ 7 ਖੁੱਲਾ ਹੈ ਤਾਂ ਉਸ ਦੇ ਵਾਸਤੇ ਵੀ ਚੁਣੌਤੀਆਂ ਆ ਰਹੀਆਂ ਨੇ ਕਿ ਕਾਫੀ ਜ਼ਿਆਦਾ ਲੰਮਾ ਚਿਰ ਲੱਗ ਰਿਹਾ ਹੈ ਜੇ ਜ਼ਿਲ੍ਹਾ ਬੈਂਕ ਤੋਂ ਐਬਸਫੋਰਡ ਤੱਕ ਵੀ ਪਹੁੰਚਣਾ ਹੈ। ਬੇਸ਼ੱਕ ਕਰੀਬ ਅੱਧੇ ਕੁ ਘੰਟੇ ਦਾ ਰਸਤਾ ਹੈ ਪਰ 2 ਘੰਟੇ ਤੋਂ ਉੱਪਰ ਦਾ ਸਮਾਂ ਲੱਗ ਰਿਹਾ ਹੈ, ਜਿਸ ਦੇ ਬਾਰੇ ਜੋ ਇਸ ਸਟੋਰ ਦੇ ਉੱਤੇ ਅਸੀਂ ਪਹੁੰਚੇ ਹਾਂ, ਇਸ ਸਟੋਰ ਦੇ ਮਾਲਕ ਦੇ ਵੱਲੋਂ ਵੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਇਸ ਦੇ ਬਾਰੇ ਹੋਰ ਕਿਹੜੀਆਂ ਗੱਲਾਂ ਉਹਨਾਂ ਵੱਲੋਂ ਦੱਸੀਆਂ ਜਾਂਦੀਆਂ ਨੇ ਉਹ ਤੁਹਾਨੂੰ ਅਸੀਂ ਸੁਣਾਉਂਦੇ ਹਾਂ ਤੇ ਨਾਲ ਹੀ ਦੱਸਦੇ ਹਾਂ ਕਿ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਇਸ ਸਮੇਂ ਜੋ ਵਪਾਰ ਨੇ ਉਹ ਕਰ ਰਹੇ ਨੇ ਤੇ ਨਾਲ ਹੀ ਲੋਕਾਂ ਦੇ ਵਾਸਤੇ ਵੀ ਕਿਹੜੇ ਸਮਾਨ ਦੀ ਕਮੀ ਪਾਈ ਜਾ ਰਹੀ ਹੈ ਤੇ ਜਿਸ ਨੂੰ ਪੂਰੀ ਕਰਨ ਦੇ ਵਾਸਤੇ ਕੀ ਕਦਮ ਚੁੱਕੇ ਜਾ ਰਹੇ ਨੇ। ਤੇ ਫਿਰ ਜਦੋਂ ਇੱਕਦਮ ਹੁਣ ਫਲੱਡ ਦੇ ਕਰਕੇ ਸਿਚੁਏਸ਼ਨ ਬਣੀ ਹੈ ਤਾਂ ਤੁਹਾਡੇ ਬਿਜ਼ਨਸ ਦੇ ਉੱਤੇ ਕੀ ਇੰਪੈਕਟ ਪਿਆ? ਬਿਜ਼ਨਸ ਦੇ ਉੱਤੇ ਕਾਫੀ ਇੰਪੈਕਟ ਪਿਆ। ਸਾਨੂੰ ਜਿਹੜਾ ਸਪਲਾਈ ਮਿਲਦਾ ਹੁੰਦਾ ਸੀ ਰੈਗੂਲਰਲੀ ਉਹ ਡਿਲੀਵਰੀ ਕਰਨਾ ਹੁਣ ਹਟ ਗਏ ਬਿਕਾਜ਼ ਟਰੱਕ ਆਉਂਦੇ ਨਹੀਂ ਹੈਗੇ ਇੱਧਰਲੇ ਪਾਸੇ। ਤੇ ਸਾਨੂੰ ਹੁਣ ਕੀ ਹੋਇਆ ਤਾਂ ਅਸੀਂ ਆਬਸਫੋਰਡ ਰਹਿੰਦੇ ਹਾਂ, ਸਾਡੇ ਆਬਸਫੋਰਡ ਡਿਲੀਵਰੀ ਕਰੀ ਜਾਂਦੇ ਆ ਤੇ ਐਵਰੀਡੇ ਮੈਂ ਮੇਰੇ ਬ੍ਰਦਰ ਜਾਂ ਮੇਰੀ ਫੈਮਿਲੀ ਮੈਂਬਰ ਪਿਕਅਪ ਭਰ ਕੇ ਅਸੀਂ ਜਿੰਨਾ ਸਮਾਨ ਸਾਡੇ ਲਿਆਏ ਜਾਂਦਾ ਅਸੀਂ ਲੈ ਕੇ ਆਉਣੇ ਆ ਰੋਜ਼ ਐਵਰੀਡੇ। ਤੇ ਖਾਸ ਤੌਰ ਦੇ ਉੱਤੇ ਦੁੱਧ ਤੇ ਆਟੇ ਦੀ ਦਿੱਕਤ, ਇਹ ਚੀਜ਼ਾਂ ਦੀ ਜਿਹੜੀਆਂ ਮੁੱਖ ਤੌਰ ਦੇ ਉੱਤੇ ਲੋਕਾਂ ਦੇ ਵੱਲੋਂ ਇੱਕਦਮ ਚੁੱਕ ਲਈਆਂ ਗਈਆਂ ਸਟੋਰਸ ਦੇ ਵਿੱਚੋਂ, ਤਾਂ ਫਿਰ ਉਹਨਾਂ ਦੀ ਪੂਰਤੀ ਕਿਵੇਂ ਹੋ ਰਹੀ ਹੈ? ਸੋ ਐਗਜ਼ਾਮਪਲ ਪਰਫੈਕਟ ਹੈਗਾ ਆਪਣਾ ਟਿਊਜ਼ਡੇ ਸਾਰੇ ਬੰਦ ਹੋਇਆ ਸੀ ਤੇ ਟਿਊਜ਼ਡੇ ਆਪਣਾ ਸਟੋਰ ਸਾਰਾ ਕੁਝ ਇੱਥੇ ਵਿਕ ਗਿਆ ਸੀ ਤੇ ਇੱਥੇ ਫਿਰ ਅਸੀਂ ਕੀ ਕੀਤਾ ਵੈਨਸਡੇ ਜਦੋਂ ਪਤਾ ਲੱਗੇ ਖੁੱਲਿਆ ਮੈਂ ਮੇਰੇ ਬ੍ਰਦਰ ਨੇ ਜਾ ਕੇ ਵੇਅਰ ਹਾਊਸਾਂ 'ਤੇ ਜਾ ਕੇ ਆਟਾ ਤੇ ਬਾਕੀ ਸਮਾਨ ਸਾਰਾ ਕੁਝ ਚੱਕਿਆ। ਵੈਨਸਡੇ ਸ਼ਾਮ ਨੂੰ ਇੱਥੇ ਫਿਰ ਸਾਨੂੰ ਦੱਸਤਾ ਸੀ ਕਮਿਊਨਿਟੀ ਨੂੰ ਦਾ ਅਸੀਂ ਉਹਨੇ ਦੇ ਸਾਡੇ ਕੋਲ ਸਾਰਾ ਸਮਾਨ ਹੈਗਾ ਤੇ ਜਦੋਂ ਅਨਾਉਂਸ ਕੀਤਾ ਸੀ ਸਾਡਾ ਕਾਫੀ ਐਪਰੀਸ਼ੀਏਸ਼ਨ ਆਈ ਤੇ ਕਮਿਊਨਿਟੀ ਸਾਰੀ ਆ ਗਈ ਸੀ ਸ਼ਾਮ ਦੇ ਵੇਲੇ ਫਿਰ ਸਮਾਨ ਲੈਣ ਨੂੰ। ਅਸੀਂ ਸਾਰੀ ਕਮਿਊਨਿਟੀ ਨੂੰ ਕਹਿਣੇ ਤਾਂ ਸਾਨੂੰ ਸਮਾਨ ਪਿੱਛੋਂ ਮਿਲੀ ਜਾਂਦਾ ਪਰ ਇੰਨਾ ਜ਼ਰੂਰ ਹੈ ਡਿਲੀਵਰੀਆਂ ਨਹੀਂ ਹੁੰਦੀਆਂ ਪਰ ਅਸੀਂ ਡਿਲੀਵਰੀਆਂ ਆਪ ਇਕੱਠੀਆਂ ਕਰਕੇ ਆਪ ਲੈ ਕੇ ਆਉਣੇ ਇੱਥੇ ਕਮਿਊਨਿਟੀ ਦੀ ਤੇ ਫਿਕਰ ਨਾ ਕਰਨ ਤੇ ਪੈਨਿਕ ਨਾ ਹੋਣ ਤੇ ਸਮਾਨ ਮਿਲ ਜਾਂਦਾ। ਬਟ ਹੁਣ ਅਸੀਂ ਕੀ ਕੀਤਾ ਹੈਗਾ ਅਸੀਂ ਲਿਮਿਟ ਕਰਤੀ 1 per customer for ਆਟਾ ਹੋ ਗਿਆ ਤੇ ਜਿਹੜੀ ਲਿਮਿਟਡ ਸਪਲਾਈਜ਼ ਮਿਲਦੀਆਂ ਪਿੱਛੋਂ ਘੱਟ ਮਿਲਦੀਆਂ ਉਹਦੀ ਅਸੀਂ ਕੁਆਂਟੀਟੀ ਲੈਸ ਦਿੰਦੇ ਹਾਂ ਫੈਮਿਲੀ ਦੀ। ਕਿਉਂਕਿ ਪਹਿਲਾਂ ਤਾਂ ਇੱਕਦਮ ਸਮਾਨ ਚੁੱਕ ਲਿਆ ਗਿਆ ਕਿ ਕਈਆਂ ਦੇ ਵੱਲੋਂ ਸਟਾਕ ਕੀਤਾ ਗਿਆ ਆਪਣੇ ਕੋਲ ਕਾਫੀ ਸਾਨੂੰ ਲੱਗਦਾ ਬਿਕਾਜ਼ ਕਾਫੀ ਆਪਣੇ ਕੋਲ ਸਟਾਕ ਇੱਥੇ ਪਿਆ ਸੀ ਬਟ ਸਿੰਸ ਦੈਟ ਟਿਊਜ਼ਡੇ ਜਿਹੜਾ ਵੈਨਸਡੇ ਸੀ ਉਦੋਂ ਸਾਰਾ ਕੁਝ ਪੈਨਿਕ ਹੋ ਕੇ ਸਾਰਾ ਕੁਝ ਲੋਕਾਂ ਨੇ ਚੱਕ ਲਿਆ ਸੀ। ਬਟ ਵੀ ਅੰਡਰਸਟੈਂਡ ਦੈਟ ਪੈਨਿਕ ਹੁੰਦੇ ਆ ਤੇ ਆਪਣਾ ਹੁੰਦਾ ਆਪਣੀ ਫੈਮਿਲੀ ਲਈ ਅਸੀਂ ਸਾਡੇ ਕੋਲ ਦਾਲ ਆਟਾ ਤੇ ਦੁੱਧ ਵਗੈਰਾ ਹੋਵੇ ਤੇ ਇੱਥੇ ਹੈਗਾ ਕੁਆਂਟੀਟੀ ਚਲੋ ਇੱਕ ਸਾਰੇ ਸਟੈਂਡਰਡ ਹੋ ਗਏ ਜਿਹੜੀ ਆਪਣੀ ਕਮਿਊਨਿਟੀ ਇੱਥੇ ਹੈਗੀ ਆ ਉਹਨਾਂ ਨੂੰ ਫੀਲ ਹੋਇਆ ਤਾਂ ਅਸੀਂ ਕਮੇ ਬਾਹਰ ਜਾਵਾਂਗੇ ਬਟ ਤਾਂ ਹੀ ਅਸੀਂ ਵੈਨਸਡੇ ਤੇ ਥਰਸਡੇ ਐਵਰੀਡੇ ਹੁਣ ਅਸੀਂ ਸਾਰਾ ਲੈ ਕੇ ਆਉਣੇ ਡਿਲੀਵਰੀ ਜਿੰਨੀ ਸਾਡੇ ਕੋਲ ਲਿਆਈ ਜਾਂਦੀ ਹੈ। ਤੇ ਫਿਰ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਆਪ ਡਿਲੀਵਰੀ ਐਬਸਫੋਰਡ ਤੋਂ ਲੈ ਕੇ ਆਉਂਦੇ ਹੋ, ਹਾਈਵੇ 1 ਵਿੱਚੋਂ ਬੰਦ ਕੀਤਾ ਹੋਇਆ ਹੈ ਤੇ ਫਿਰ ਕਿਵੇਂ ਰਸਤਾ ਤੁਸੀਂ ਕਿਹੜਾ ਚੁਣਦੇ ਹੋ ਤੇ ਨਾਲ ਹੀ ਕਿੰਨਾ ਕੁ ਸਮਾਂ ਲੱਗਦਾ? ਸੋ ਸਾਨੂੰ ਹੁਣ ਅਸੀਂ ਕੀ ਕੀਤਾ ਵੈਨਸਡੇ ਜਦੋਂ ਉਹਨੇ ਪਤਾ ਅਨਾਉਂਸ ਕੀਤਾ ਤਾਂ ਐਕਸੀ ਨੰਬਰ 7 ਖੋਲ੍ਹਤਾ ਤਾਂ ਅਸੀਂ ਉਹਦੇ ਵਿੱਚ ਹੀ ਉੱਧਰੋਂ ਨੰਬਰ 7 ਦੇ ਜਿੱਥੇ ਸਾਨੂੰ 30 ਮਿੰਟਸ ਲੱਗਦੇ ਸੀ ਹਾਈਵੇ ਦੇ ਉੱਤੇ ਆਉਣ ਨੰਬਰ 1 ਦੇ ਸਾਨੂੰ 3 ਆਵਰਸ ਲੱਗਦੇ ਆਉਣ ਨੂੰ ਤੇ ਰਾਤ ਨੂੰ ਮੈਂ ਬ੍ਰਦਰ ਕਾਫੀ ਸਟਕ ਹੋ ਗਏ ਬਟ ਵਾਟ ਵੀ ਡਿਡ ਵਾਸ ਅਸੀਂ ਪ੍ਰੀਪੇਅਰਡ ਹੋ ਗਏ ਸੀ ਵੀ ਬ੍ਰੌਟ ਫੂਡ ਵਾਟਰ ਵੀ ਹੈਡ ਬਲੈਂਕਟ ਇਨ ਦ ਕਾਰ ਸੋ ਰਾਤ ਨੂੰ ਲੇਟ ਹੋ ਕੇ ਘਰੇ ਜਾਂਦੇ ਬਟ ਸਾਨੂੰ ਆਇਆ ਜਿੰਨਾ ਕਮਿਊਨਿਟੀ ਅਸੀਂ ਦੇ ਸਕੀਏ ਅਸੀਂ ਦਿੰਦੇ ਹਾਂ। ਅਸੀਂ ਟਰਾਈ ਕਰਦੇ ਕਮਿਊਨਿਟੀ ਨੂੰ ਕਹਿੰਦੇ ਵੀ ਪੈਨਿਕ ਨਾ ਕਰੋ ਤਾਂ ਅਸੀਂ ਸਮਾਨ ਜਿੰਨਾ ਸਾਡੇ ਲਿਆ ਜਾਂਦਾ ਅਸੀਂ ਲਿਆਈ ਜਾਂਦੇ ਹਾਂ ਪਿੱਛੋਂ ਵੇਅਰ ਹਾਊਸ ਤੋਂ ਮਿਲੀ ਜਾਂਦਾ ਤੇ ਉਹਨਾਂ ਕੋਲ ਸਮਾਨ ਹੈਗਾ ਬਟ ਸ਼ੋਰ ਇੱਥੇ ਹੈਗੀ ਹੈ ਮਾੜੀ ਜੀ ਜਿਵੇਂ ਘੱਟ ਸਮਾਨ ਮਿਲਦਾ ਬਟ ਸਾਰੀ ਕਮਿਊਨਿਟੀ ਲਈ ਮਿਲੀ ਜਾਂਦਾ ਆਪਾਂ ਨੂੰ ਤੇ ਅਸੀਂ ਜਿੰਨਾ ਸਾਡੇ ਤੋਂ ਹੁੰਦਾ ਅਸੀਂ ਜ਼ਰੂਰ ਕਰਾਂਗੇ। ਤੇ ਜਿਵੇਂ ਇੱਕਦਮ ਸਮਾਨ ਦੀ ਕਮੀ ਹੋਈ ਤਾਂ ਕਈਆਂ ਦੇ ਵੱਲੋਂ ਪ੍ਰਾਈਸ ਵੀ ਚੇਂਜ ਕਰ ਦਿੱਤੇ ਗਏ ਸਮਾਨ ਦੇ ਜਾਂ ਕਈਆਂ ਦੇ ਵੱਲੋਂ ਵਧਾ ਦਿੱਤੇ ਗਏ ਕਿਉਂਕਿ ਸਪਲਾਈ ਦੇ ਉੱਤੇ ਅਸਰ ਪਿਆ ਤਾਂ ਤੁਸੀਂ ਕੁਝ ਐਵੇਂ ਦਾ ਕੀਤਾ? ਸੋ ਉਹ ਕਾਫੀ ਸੁਣਿਆ ਬਟ ਸਾਡੇ ਵਾਸਤੇ ਸਾਨੂੰ ਜੋ ਛੋਟੇ ਹੁੰਦੇ ਸਾਡੇ ਮਮ ਡੈਡ ਨੇ ਸਿਖਾਇਆ ਸੀ
ਤੇ ਜਦੋਂ ਕੋਈ ਕ੍ਰਾਈਸਿਸ ਹੁੰਦਾ ਜਾਂ ਜੋ ਹੁੰਦਾ ਆਪਣੇ ਕਲਚਰ ਦੇ ਵਿੱਚ ਹੈਗਾ ਆਪਾਂ ਸਾਰਾ ਕੁਝ ਦਿੰਦੇ ਆ ਹੈਲਪ ਕਰ ਜਿੰਨੀ ਆਪਾਂ ਨੂੰ ਹੈਲਪ ਹੁੰਦੀ ਆ ਅਸੀਂ ਕੋਈ ਪ੍ਰਾਈਸ ਨਹੀਂ ਵਧਾਈ ਅਸੀਂ ਸਾਰੀ ਕਮਿਊਨਿਟੀ ਨੂੰ ਕਹਿੰਦੇ ਆ ਤਾਂ ਸਾਨੂੰ ਜਦੋਂ ਵੀ ਕੋਈ ਚੀਜ਼ ਦੀ ਕੋਈ ਲੋੜ ਆ ਜਾਂ ਕੋਈ ਚੀਜ਼ ਦੀ ਹੈਲਪ ਆ ਸਾਡੇ ਕੋਲ ਉਹਨਾਂ ਲਈ ਖੁੱਲ੍ਹੇ ਆ ਸਾਡਾ ਫੋਨ ਨੰਬਰ ਤੁਸੀਂ ਗੂਗਲ ਉੱਤੇ ਕੱਢ ਸਕਦੇ ਹੋ ਬਟ ਮੋਸਟ ਕਮਿਊਨਿਟੀ ਕੋਲ ਮੇਰਾ ਪਰਸਨਲ ਸੈੱਲ ਫੋਨ ਨੰਬਰ ਵੀ ਹੈਗਾ ਸਾਰਿਆਂ ਨੂੰ ਕਹਿੰਦੇ ਆ ਕੋਈ ਵੀ ਚੀਜ਼ ਦੀ ਲੋੜ ਆ ਸਾਨੂੰ ਤੁਹਾਡੀ ਹੈਲਪ ਕਰਨ ਨੂੰ ਤਿਆਰ ਆ ਕੁਛ ਵੀ ਚਾਹੀਦਾ ਡੋਂਟ ਪੈਨਿਕ ਸਾਡੇ ਕੋਲ ਹੈਗਾ ਸਾਰਾ ਕੁਝ ਸਟਾਕ ਵਿੱਚ ਰੱਖਾਂਗੇ ਪਰ ਜਦੋਂ ਮੁੱਕ ਵੀ ਗਿਆ ਕੁਛ ਵੀ ਉਹਨਾਂ ਨੂੰ ਕੋਈ ਵੀ ਹੋਰ ਕੋਈ ਹੈਲਪ ਚਾਹੀਦੀ ਆ ਅਸੀਂ ਹੈਲਪ ਕਰਨ ਦੀ ਪੂਰੀ ਟਰਾਈ ਕਰਦੇ ਹਾਂ ਪਰ ਫॉर ਨਾਓ ਅਸੀਂ ਕਮਿਊਨਿਟੀ ਨੂੰ ਹੋਰ ਵੀ ਕਿਹਾ ਹੋਇਆ ਜਿਹੜੇ ਬਿਜ਼ਨਸ ਹੋ ਗਏ ਜਾਂ ਫੈਮਲੀਆਂ ਹੋ ਗਈਆਂ ਐਵਸਫੋਰਡ ਵੱਲੋਂ ਉਹਨਾਂ ਦੇ ਕਾਫੀ ਬਿਜ਼ਨਸ ਸੀ ਜਾਂ ਉਹਨਾਂ ਦਾ ਸਮਾਨ ਹੁੰਦਾ ਸੀ ਅਸੀਂ ਉਹਨਾਂ ਦੀ ਹੁਣ ਹੈਲਪ ਕਰਨ ਲੱਗੇ ਤਾਂ ਸਾਡੇ ਕੋਲ ਇਸ ਸਮਾਨ ਲਿਆ ਦਿੰਦੇ ਇੱਥੇ ਤੱਕ ਜਿਹਨਾਂ ਸਾਡੇ ਤੋਂ ਉਹਨਾਂ ਵਾਸਤੇ ਵੀ ਲਿਆਇਆ ਜਾਂਦਾ ਤੇ ਦੁੱਧ ਦੀ ਸਪਲਾਈ ਦੇ ਉੱਤੇ ਕਾਫੀ ਅਸਰ ਪਿਆ ਤਾਂ ਉਸ ਕਰਕੇ ਕੋਈ ਹੋਇਆ ਕਿਉਂਕਿ ਉਹਦੀ ਪੈਕਿੰਗ ਤਾਂ ਕੰਪਨੀਜ਼ ਦੇ ਵੱਲੋਂ ਹੀ ਸਿੱਧੀ ਹੁੰਦੀ ਹੈ ਦੁੱਧ ਦੇ ਵਿੱਚ ਕਾਫੀ ਆਈ ਆ ਤਾਂ ਹੀ ਸਾਰੇ ਸਟੋਰਾਂ ਨੇ ਹੁਣ ਲਿਮਿਟ ਕਰਤੀ ਪਰ 1 ਔਰ 2 ਆਪਾਂ ਨੂੰ ਕਾਫੀ ਘੱਟ ਮਿਲਦਾ ਸੋ ਆਪਾਂ ਨੂੰ ਲਿਮਿਟ 1 ਪਰ ਕਸਟਮਰ ਡੇਰੀ ਲੈਂਡ ਦੀ ਕੱਲ੍ਹ ਹੀ ਡਿਲੀਵਰੀ ਆ ਕੇ ਹਟੀ ਆ ਆਪਾਂ ਲਈ ਆਪਣੇ ਕੂਲਰ ਭਰੇ ਹੋਏ ਆ ਸੋ ਟੈਨ ਫਿਕਰ ਨਾਟ ਆਪਣੇ ਕੋਲ ਸਮਾਨ ਹੈਗਾ ਸਾਰਾ ਕੁਝ ਪਰ ਲਿਮਿਟ ਹੈ ਲਿਮਿਟ ਹੈਗੀ ਹੈ ਲਿਮਿਟ 1 per customer for ਆਟਾ for milk and some other things that ਜਿਵੇਂ bread ਹੋ ਗਈ that ਘੱਟ ਵਿੱਚੋਂ ਆ ਰਹੀ ਹੈ but Savan Foods ਵੀ ਸਾਰੇ ਕੋਲ ਹੈਗੀ ਹੈ ਸਾਰੇ ਪਾਸੇ ਲਿਮਿਟ ਹੈ I hopefully in a week or two it's getting better ਤੇ ਆਪਣੇ ਵੱਲੋਂ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਸਾਨੂੰ ਅਸੀਂ ਇੱਥੇ ਥੋੜ੍ਹੇ ਚਿਰ ਹੋ ਗਏ me and my family run this Indian grocery store here ਆਪਾਂ ਨੂੰ ਇੱਥੋਂ ਇੰਡੀਅਨ ਕਮਿਊਨਿਟੀ ਦੇ ਜਿਹੜੇ ਦੂਜੇ ਚਲੋ ਕਮਿਊਨਿਟੀ ਉਹਨਾਂ ਨੇ ਕਾਫੀ ਅਪਰੀਸ਼ੀਏਸ਼ਨ ਦਿੱਤੀ ਹੈ ਲਾਸਟ ਕਪਲ ਡੇਜ਼ ਆਪਾਂ ਇਕੱਲੇ ਸੀ ਜਿਹਨਾਂ ਕੋਲ ਪ੍ਰੋਡਿਊਸ ਵਗੈਰਾ ਹੈਗੀ ਸੀ at one point on Wednesday Thursday ਜਿੱਥੇ ਸੁਪਰ ਸਟੋਰ ਵਗੈਰਾ ਸਾਰੇ ਪਾਸੇ ਮੁੱਕ ਗਈ ਸੀ ਅਸੀਂ ਸਾਰਿਆਂ ਨੇ ਕਹਿਣਾ ਪੈਨਿਕ ਨਾਟ ਅਸੀਂ ਟਰਾਈ ਕਰਾਂਗੇ ਜਿੰਨੀ ਸਾਡੇ ਤੋਂ ਹੁੰਦੀ ਹੈ ਸਾਰਿਆਂ ਲਈ ਹੈਲਪ ਕਰਨ ਨੂੰ ਜਦੋਂ ਵੀ ਕਿਸੇ ਨੂੰ ਹੋਰ ਕੋਈ ਹੈਲਪ ਚਾਹੀਦੀ ਹੈ ਸਾਡਾ ਸਟੋਰ ਦਾ ਨੰਬਰ ਗੂਗਲ 'ਤੇ ਕੱਢ ਸਕਦੇ ਹੋ ਸਾਨੂੰ ਮੈਂ ਜਿਵੇਂ ਫੈਮਿਲੀ ਮੈਂਬਰ ਵਿੱਚ ਕੋਈ ਹੁੰਦਾ ਹੀ ਹੈ ਅਸੀਂ ਹੈਲਪ ਕਰਨ ਨੂੰ ਪੂਰੇ ਤਿਆਰ ਹਾਂ ਜੀ ਜਿਵੇਂ ਹੁਣ ਫਿਰ ਤੋਂ ਜਿਹੜੇ ਇਸ ਵਕਤ ਅਲਰਟ ਦਿੱਤਾ ਗਿਆ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਨੇ ਪਹਿਲਾਂ ਹੀ ਕਿਹਾ ਹੈ ਕਿ ਵੈਦਰ ਰਿਪੋਰਟ ਸਾਹਮਣੇ ਆ ਰਹੀ ਹੈ ਅਗਲੇ 10 ਦਿਨ 'ਚ ਹੋਰ ਜ਼ਿਆਦਾ ਤੂਫਾਨ ਆ ਸਕਦਾ ਹੈ ਉਹਦੇ ਲਈ ਪਹਿਲਾਂ ਤੁਸੀਂ ਤਿਆਰੀ ਕਰ ਰਹੇ ਹੋ ਅਸੀਂ ਪਹਿਲਾਂ ਹੀ ਉਹਦੇ ਵਾਸਤੇ ਤਿਆਰੀ ਕਰਦੇ ਹਾਂ ਅਸੀਂ ਇਨਵੈਂਟਰੀ ਪਹਿਲਾਂ ਹੀ ਮੰਗਾਈ ਜਾਂਦੇ ਹਾਂ ਸਟਾਕ ਕਰੀ ਜਾਂਦੇ ਹਾਂ ਆਪਣੇ ਹਾਊਸ 'ਤੇ ਜਾਂ ਸਟੋਰ ਦੇ ਪਿੱਛੇ ਬੈਕ ਸਾਈਡ 'ਤੇ ਅਸੀਂ ਸਾਰਿਆਂ ਨੂੰ ਕਹਿੰਦੇ ਫਿਰ ਵੀ ਪੈਨਿਕ ਨਾ ਕਰੋ ਮੇ ਵੀ ਹੋਵੇ ਰਿਸਕ ਨਹੀਂ ਲੈਣਾ ਚਾਹੁੰਦੇ ਸਾਨੂੰ ਪਤਾ ਹੈ ਇੱਥੇ ਫੈਮਲੀਆਂ ਕਾਫੀ ਹੈਗੀਆਂ ਚਲੋ ਜ਼ਿਆਦਾ ਤੇ ਉਹਨਾਂ ਲਈ ਸਾਰਿਆਂ ਵਾਸਤੇ ਜਿਹੜੀ ਚੀਜ਼ਾਂ ਉਹਨਾਂ ਨੂੰ ਹੈਗੀ ਚਾਹੀਦੀਆਂ ਸਾਡੇ ਕੋਲ ਇੱਥੇ ਰੱਖੀਆਂ ਹੋਈਆਂ ਤੇ ਸਾਡੇ ਕੋਲ ਐਕਸਟਰਾ ਸਟਾਕ ਵੀ ਰੱਖਿਆ ਹੋਇਆ ਪਿੱਛੋਂ ਡਿਲੀਵਰੀ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਆਈ ਜਾਂਦੀਆਂ ਤੇ ਹੋਪਫੁਲੀ ਆਪਾਂ ਇੱਕ ਵੀਕ ਹੋ ਰਹੇਗੀ ਤੇ ਠੀਕ ਹੋ ਜੀ ਸਾਰਾ ਕੁਝ ਥੈਂਕ ਯੂ ਜਿਵੇਂ ਕਿ ਤੁਸੀਂ ਸੁਣਿਆ ਇੱਥੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਾਫੀ ਚੁਣੌਤੀਆਂ ਦੇ ਨਾਲ ਜਿਹੜਾ ਸਮਾਨ ਪਹੁੰਚਾਇਆ ਜਾ ਰਿਹਾ ਹੈ ਸਪਲਾਈ ਚੇਨ ਪ੍ਰਭਾਵਿਤ ਤਾਂ ਹੋਈ ਹੈ ਤੇ ਕਈ ਥਾਵਾਂ ਦੇ ਉੱਤੇ ਰੇਟ ਵੀ ਵਧਾਏ ਗਏ ਨੇ ਪਰ ਜਿਵੇਂ ਕਿ ਇੱਥੇ ਦੱਸਿਆ ਗਿਆ ਕਿ ਇਹਨਾਂ ਦੇ ਵੱਲੋਂ ਰੇਟ ਦੇ ਉੱਤੇ ਕੋਈ ਅਸਰ ਤਾਂ ਨਹੀਂ ਪਾਇਆ ਗਿਆ ਪਰ ਸਪਲਾਈ ਘੱਟ ਹੋਣ ਦੇ ਕਰਕੇ ਸੀਮਤ ਜ਼ਰੂਰ ਕਰ ਦਿੱਤਾ ਗਿਆ ਸਮਾਨ ਕਿ ਕਈ ਚੀਜ਼ਾਂ ਜੋ ਕਿ ਸੀਮਤ ਹੋਣਗੀਆਂ ਜਿਵੇਂ ਦੁੱਧ ਦੀਆਂ ਬੋਤਲਾਂ ਜੋ ਦਿੱਤੀਆਂ ਜਾ ਰਹੀਆਂ ਨੇ ਉਹ ਇੱਕ ਹੀ ਇਜਾਜ਼ਤ ਦਿੱਤੀ ਜਾ ਰਹੀ ਹੈ ਪ੍ਰਤੀ ਗ੍ਰਾਹਕ ਦੇ ਮੁਤਾਬਕ ਕਿ ਜ਼ਿਆਦਾ ਉਹ ਨਾ ਲੈ ਕੇ ਜਾਣ ਕਿਉਂਕਿ ਸ਼ੁਰੂਆਤ ਦੇ ਵਿੱਚ ਇਹੋ ਹੋਇਆ ਜੋ ਕੋਵਿਡ ਦੇ ਦੌਰਾਨ ਵੀ ਹੋਇਆ ਸੀ ਕਿ ਲੋਕਾਂ ਦੇ ਵੱਲੋਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਸੀ ਚਾਹੀਦੀਆਂ ਉਹ ਵੀ ਸਟਾਕ ਕਰ ਲਈਆਂ ਗਈਆਂ ਤੇ ਬਾਅਦ ਵਿੱਚ ਜਿਹੜੇ ਆਉਂਦੇ ਸੀ ਉਹਨਾਂ ਦੇ ਵਾਸਤੇ ਸਮਾਨ ਮੁੱਕ ਗਿਆ ਤੇ ਇਸੇ ਨੂੰ ਲੈ ਕੇ ਹੁਣ ਅੱਗੇ ਕੋਈ ਚੁਣੌਤੀ ਨਾ ਆਵੇ ਚੀਜ਼ਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ ਕਿ ਇੱਕੋ ਗ੍ਰਾਹਕ ਜ਼ਿਆਦਾ ਸਮਾਨ ਲੈ ਕੇ ਜਾ ਨਹੀਂ ਸਕਦਾ ਪਰ ਹੌਲੀ-ਹੌਲੀ ਸਪਲਾਈ ਚੱਲ ਰਹੀ ਹੈ ਪਰ ਹੁਣ ਦੇਖਣਾ ਇਹ ਵੀ ਹੋਵੇਗਾ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਦਰ ਰਿਪੋਰਟ ਸਾਹਮਣੇ ਆ ਰਹੀ ਹੈ ਮੌਸਮ ਸੰਬੰਧੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਲੋਅਰ ਮੇਨਲੈਂਡ ਦੇ ਅੰਦਰ ਹੋਰ ਜ਼ਿਆਦਾ ਤੂਫਾਨ ਆ ਸਕਦਾ ਹੈ ਜਿਸ ਦੇ ਨਾਲ ਨਜਿੱਠਣ ਦੇ ਲਈ ਤਿਆਰੀਆਂ ਤਾਂ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਪਰ ਇਹਨਾਂ ਤਿਆਰੀਆਂ ਦੇ ਦੌਰਾਨ ਲੋਕਾਂ ਦਾ ਨੁਕਸਾਨ ਹੋਣ ਤੋਂ ਕਿਸ ਤਰ੍ਹਾਂ ਬਚਦਾ ਹੈ ਇਸ ਦੇ ਨਾਲ ਹੀ ਜਾਨਵਰ ਜਿਨ੍ਹਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਫਾਰਮਾਂ ਦੇ ਵਿੱਚ ਕਿੰਨੀ ਗਿਣਤੀ 'ਚ ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਦੇ ਮੌਤ ਹੋਣ ਦੇ ਬਾਰੇ ਅੰਕੜੇ ਵੀ ਸਾਹਮਣੇ ਆਏ ਤਾਂ ਅਜਿਹੀਆਂ ਚੀਜ਼ਾਂ ਨਾ ਹੋਣ ਜਿਸ ਦੇ ਲਈ ਪਹਿਲਾਂ ਤੋਂ ਤਿਆਰੀ ਤਾਂ ਕੀਤੀ ਜਾ ਰਹੀ ਹੈ ਤੇ ਇਸ ਦੇ ਬਾਰੇ ਅੱਗੇ ਜੋ ਜਾਣਕਾਰੀ ਹੋਵੇਗੀ ਉਸ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ